ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਬੱਚਿਓ, ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ऐ पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। ਇੱਕ ਹਫ਼ਤੇ ਤੋਂ ਬਾਅਦ ਅਸੀਂ ਦੁਬਾਰਾ ਪ੍ਰਭੂ ਯਿਸੂ ਮਸੀਹ ਦੇ ਬਾਰੇ, ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਦੇ ਬਾਰੇ ਜਾਣਕਾਰੀ ਲੈਣ ਲਈ ਤਾਲੀਮ ਦੇ ਕਲਾਸ ਦੇ ਜ਼ਰੀਏ ਪ੍ਰਭੂ ਯਿਸੂ ਮਸੀਹ ਦੇ ਬਾਰੇ ਹੋਰ ਵੀ ਜਾਣਕਾਰੀ ਲੈਣ ਲਈ ਇਸ ਸਮਾਂ ਪ੍ਰਾਰਥਨਾ ਭਵਨ ਟੀਵੀ ਦੇ ਰਾਹੀਂ ਇਕੱਠੇ ਹੋਏ ਹਾਂ। ਸੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਇਸ ਕਲਾਸ ਦੇ ਵਿੱਚ ਜੀ ਆਇਆਂ ਨੂੰ। ਅੱਜ ਦਾ ਪਾਠ ਅਸੀਂ ਸੁਣਾਂਗੇ, ਪੜਾਂਗੇ ਅਧਿਆਇ 5। ਪ੍ਰਭੂ ਯਿਸੂ ਮਸੀਹ ਖੁਦਾ ਦੀ ਮਹਿਮਾ ਪ੍ਰਗਟ ਕਰਦਾ ਹੈ। ਨਵੇਂ ਨਿਯਮ ਦੇ ਵਿੱਚ ਅਸੀਂ ਵੇਖਦੇ ਹਾਂ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਵੱਖ-ਵੱਖ ਨਬੀਆਂ ਦੇ ਜ਼ਰੀਏ ਕੀਤੇ ਹੋਏ ਭਵਿੱਖਬਾਣੀਆਂ ਨੂੰ ਪੂਰਾ ਕਰਦਾ ਹੈ। ਪਿਛਲੇ 4 ਅਧਿਆਇ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਦੇ ਬਾਰੇ ਕਾਫੀ ਗੱਲਾਂ ਅਸੀਂ ਸੁਣੀਆਂ, ਸਿੱਖਿਆ ਹੈ। ਹੁਣ ਅੱਜ ਦਾ ਦਿਨ ਅਸੀਂ ਪੜਾਂਗੇ ਪ੍ਰਭੂ ਯਿਸੂ ਮਸੀਹ ਕਿਸ ਤਰ੍ਹਾਂ ਆਪਣੇ ਖੁਦਾ ਬਾਪ ਦੀ ਮਹਿਮਾ ਪ੍ਰਗਟ ਕਰਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ। ਆਮ ਇਨਸਾਨ ਹੋ ਕੇ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਖੁਦਾ ਦੀ ਮਹਿਮਾ ਪ੍ਰਗਟ ਕਰਦਾ ਹੈ। ਅੱਜ ਦੇ ਇਸ ਅਧਿਆਇ ਨੂੰ ਖਾਸ ਕਰਕੇ 4 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਸੋ ਪਹਿਲਾ ਹਿੱਸਾ, ਪਹਿਲਾ ਟੌਪਿਕ ਅਸੀਂ ਪੜਾਂਗੇ ਕਾਨਾ ਗਲੀਲ ਵਿੱਚ ਵਿਆਹ। ਦੂਸਰਾ ਹੈ ਸਮੁੰਦਰੀ ਤੂਫਾਨ ਨੂੰ ਸ਼ਾਂਤ ਕਰਨਾ। ਤੀਸਰਾ ਹੈ ਬੇਤਸਾਦਾ ਵਿੱਚ ਚੰਗਾ ਕਰਨਾ ਅਤੇ ਚੌਥਾ ਹੈ ਲਾਜ਼ਰ ਨੂੰ ਜਿਉਂਦਾ ਕਰਨਾ। ਸੋ ਆइए ਅਸੀਂ ਪਹਿਲਾ ਟੌਪਿਕ ਦੇ ਬਾਰੇ, ਜਿੱਥੇ ਪ੍ਰਭੂ ਯਿਸੂ ਮਸੀਹ ਕਾਨਾ ਗਲੀਲ ਦੇ ਵਿੱਚ ਵਿਆਹ ਦੇ ਵਿੱਚ ਸਭ ਤੋਂ ਪਹਿਲਾ ਚਮਤਕਾਰ ਵਿਖਾਇਆ ਹੈ, ਉਸ ਘਟਨਾ ਦੇ ਬਾਰੇ ਮਨੋਚਿੰਤਨ ਕਰੀਏ। ਸੰਤ ਯੋਹੰਨਾ ਦੀ ਅੰਜੀਲ ਉਸ ਦਾ 2 ਬਾਬ ਦੇ ਪਹਿਲਾ ਆਇਤ ਤੋਂ 11 ਆਇਤ ਤੱਕ ਅਸੀਂ ਵੇਖਦੇ ਹਾਂ, ਪੜ੍ਹਦੇ ਹਾਂ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਚੇਲਿਆਂ ਨੂੰ ਅਤੇ ਮਾਂ ਮਰੀਮ ਨੂੰ ਇੱਕ ਸੱਦਾ ਇੱਕ ਵਿਆਹ ਦੇ ਵਿੱਚ ਦਿੱਤਾ ਗਿਆ ਸੀ। ਉਹ ਸੱਦਾ ਸਵੀਕਾਰ ਕਰਦੇ ਹੋਏ ਪ੍ਰਭੂ ਯਿਸੂ ਮਸੀਹ ਉੱਥੇ ਪਹੁੰਚਦਾ ਹੈ। ਕਾਨਾ ਦੇ ਵਿਆਹ ਦੇ ਵਿੱਚ ਪ੍ਰਭੂ ਯਿਸੂ ਮਸੀਹ ਆਪਣੇ ਰਸੂਲਾਂ ਦੇ ਨਾਲ ਮਿਲ ਕੇ ਵਿਆਹ ਦੇ ਵਿੱਚ ਹਿੱਸਾ ਲਿਆ। ਉਸ ਸਮਾਂ ਪਰਿਵਾਰ ਦੇ ਵਿੱਚ ਇੱਕ ਕਮੀ ਆ ਗਈ, ਇੱਕ ਪਰੇਸ਼ਾਨੀ ਆ ਗਈ, ਇੱਕ ਬੇਇੱਜ਼ਤੀ ਦਾ ਘਟਨਾ ਹੋਈ। ਉਹੀ ਹੈ ਅੱਜ ਦਾ ਪਹਿਲਾ ਟੌਪਿਕ। ਅਤੇ ਉਸ ਸਮਾਂ ਪ੍ਰਭੂ ਯਿਸੂ ਮਸੀਹ ਆਪਣੇ ਰਸੂਲਾਂ ਦੇ ਨਾਲ ਮਿਲ ਕੇ ਇਸ ਵਿਆਹ ਦੇ ਵਿੱਚ ਹਿੱਸਾ ਲੈਣ ਦਾ ਸਮਾਂ ਮਾਂ ਮਰੀਮ ਉਹਨਾਂ ਕੋਲ ਜਾਂਦੀ ਹੈ। ਮਾਂ ਮਰੀਮ ਉਹਨਾਂ ਕੋਲ ਜਾ ਕੇ ਇਹ ਇੱਕ ਬੇਨਤੀ ਕਰਦੀ ਹੈ, ਸਿਫਾਰਿਸ਼ ਕਰਦੀ ਹੈ ਕਿ ਇਸ ਪਰਿਵਾਰ ਦੇ ਵਿੱਚ ਦਾਖਰਸ ਮੁੱਕ ਗਈ। ਤੇ ਪਿਆਰਿਓ, ਇਸ ਘਟਨਾ ਨੂੰ ਅਸੀਂ ਵੀ ਸਮਝਣਾ ਚਾਹੀਦਾ। ਉਹਨਾਂ ਸਮਾਂ ਦੇ ਵਿੱਚ ਅੰਗੂਰੀ ਮੈਂ ਮੁੱਕਣਾ ਜਾਂ ਖਤਮ ਹੋਣਾ, ਇਹਦਾ ਮਤਲਬ ਉਹਨਾਂ ਦੀ ਬੇਇੱਜ਼ਤੀ ਦਾ ਇੱਕ ਕਾਰਨ ਬਣਦਾ ਹੈ। ਬੇਇੱਜ਼ਤੀ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ। ਵਿਆਹ ਦੇ
ਸਮਾਂ ਜਦੋਂ ਇਸ ਦਾਖਰਸ ਮੁੱਕ ਜਾਂਦਾ ਹੈ, ਇਸ ਦਾ ਮਤਲਬ ਉਸ ਪਰਿਵਾਰ ਦੇ ਵਿੱਚ ਬੇਇੱਜ਼ਤੀ ਹੋ ਗਈ। ਹੁਣ ਉਸ ਬੇਇੱਜ਼ਤੀ ਨੂੰ ਸੁਧਾਰਨ ਲਈ, ਉਸ ਬੇਇੱਜ਼ਤੀ ਲੋਕਾਂ ਤੱਕ ਪਹੁੰਚਣ ਤੋਂ ਪਹਿਲਾਂ, ਉਸ ਪਰੇਸ਼ਾਨੀ ਲੋਕਾਂ ਦੇ ਕੰਨਾਂ ਤੱਕ ਪਹੁੰਚਣ ਤੋਂ ਪਹਿਲਾਂ ਮਾਂ ਮਰੀਮ ਉਸ ਜ਼ਰੂਰਤਾਂ ਨੂੰ ਜਾਣਦੇ ਹੋਏ, ਉਸ ਪਰਿਵਾਰ ਦੀ ਦੁੱਖ ਮੁਸੀਬਤ ਨੂੰ ਜਾਣਦੇ ਹੋਏ ਆਪਣੇ ਬੇਟਾ ਕੋਲ ਜਾਂਦੀ ਹੈ। ਜਾ ਕੇ ਮਾਂ ਮਰੀਮ ਉਹਨਾਂ ਨੂੰ ਇਹ ਗੱਲ ਕਹਿੰਦੀ ਹੈ ਕਿ ਇਸ ਪਰਿਵਾਰ ਦੇ ਵਿੱਚ ਦਾਖਰਸ ਮੁੱਕ ਗਈ। ਸੋ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਹਿੰਦਾ ਹੈ ਕਿ ਮੈਨੂੰ ਅਤੇ ਤੁਹਾਨੂੰ ਕੀ, ਮੇਰਾ ਸਮਾਂ ਅਜੇ ਆਇਆ ਨਹੀਂ। ਲੇਕਿਨ ਪਿਆਰੇ ਬੱਚਿਓ, ਪ੍ਰਭੂ ਯਿਸੂ ਮਸੀਹ ਇਸ ਗੱਲ ਕਹਿਣ ਦੇ ਬਾਵਜੂਦ ਵੀ ਮਾਂ ਮਰੀਮ ਦੀ ਸਿਫਾਰਿਸ਼ ਦੇ ਕਰਕੇ ਪ੍ਰਭੂ ਯਿਸੂ ਉਹਨਾਂ ਦੇ ਦੁੱਖ ਮੁਸੀਬਤ ਨੂੰ ਦੂਰ ਕਰਦਾ ਹੈ। ਅਤੇ ਅਸੀਂ ਵੇਖਦੇ ਹਾਂ ਪਵਿੱਤਰ ਵਚਨ ਦੇ ਵਿੱਚ, ਤੁਸੀਂ ਵੀ ਕਾਫੀ ਵਾਰੀ ਪੜ੍ਹਿਆ ਹੋਵੇਗਾ, ਕਿਸ ਤਰ੍ਹਾਂ ਪ੍ਰਭੂ ਯਿਸੂ ਉਹਨਾਂ ਸੇਵਾਦਾਰਾਂ ਨੂੰ ਕਿਹਾ ਕਿ ਤੁਸੀਂ ਮੱਠਾਂ ਲੈ ਕੇ ਆ ਜਾਓ ਅਤੇ ਮੂੰਹ ਭਰ ਕੇ ਪਾਣੀ ਭਰ ਦਿਓ, ਅਤੇ ਉਸ ਪਾਣੀ ਨੂੰ ਪ੍ਰਭੂ ਯਿਸੂ ਮਸੀਹ ਦਾਖਰਸ ਦੇ ਰੂਪ ਦੇ ਵਿੱਚ ਬਦਲ ਦਿੱਤਾ, ਚਮਤਕਾਰ ਵਿਖਾਇਆ। ਸੰਤ ਯੋਹਨਾ ਦੇ ਅੰਜੀਲ ਦੇ ਵਿੱਚ 2 ਬਾਬ ਦੇ 1 ਆਇਤ ਤੋਂ 11 ਆਇਤ ਤੱਕ ਅਸੀਂ ਇਹ ਪੜ੍ਹਦੇ ਹਾਂ, ਅਤੇ ਇਸ ਦੇ ਰਾਹੀਂ ਸਾਨੂੰ ਇਹ ਪਤਾ ਚੱਲਦਾ ਇਹ ਪ੍ਰਭੂ ਯਿਸੂ ਮਸੀਹ ਦਾ ਪਹਿਲਾ ਚਮਤਕਾਰ ਹੈ। ਸੋ ਇਸ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਖੁਦਾ ਦੀ ਮਹਿਮਾ ਪ੍ਰਗਟ ਕਰਦਾ ਹੈ। ਖੁਦਾ ਪ੍ਰਭੂ ਯਿਸੂ ਮਸੀਹ ਨੂੰ ਇਸ ਧਰਤੀ ਤੇ ਘੱਲਣ ਦੇ ਮਤਲਬ ਅਤੇ ਪ੍ਰਭੂ ਯਿਸੂ ਮਸੀਹ ਨੂੰ ਖੁਦਾ ਦਾ ਬੇਟਾ ਬਣਾ ਕੇ ਇਸ ਧਰਤੀ ਤੇ ਘੱਲਣ ਦੇ ਰਾਹੀਂ ਸਾਨੂੰ ਮੁਕਤੀ ਦੇਣ ਲਈ ਆਇਆ। ਅਤੇ ਉਹੀ ਪ੍ਰਭੂ ਯਿਸੂ ਮਸੀਹ ਅੱਜ ਇਸ ਵਿਆਹ ਦੇ ਵੇਲੇ ਜੋ ਚਮਤਕਾਰ ਵਿਖਾਇਆ, ਉਸ ਚਮਤਕਾਰ ਦੇ ਰਾਹੀਂ ਖੁਦਾ ਬਾਪ ਦੀ ਮਹਿਮਾ ਪ੍ਰਗਟ ਕੀਤੀ ਹੈ। ਇਸ ਦੇ ਵਿੱਚੋਂ ਸਾਨੂੰ ਇੱਕ ਸਿੱਖਿਆ ਵੀ ਮਿਲਦੀ ਹੈ। ਸਿੱਖਿਆ ਇਹੀ ਹੈ, ਇਸ ਚਮਤਕਾਰ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੀ ਪਿਆਰੀ ਮਾਂ ਮਰੀਮ ਦੀ ਸ਼ਕਤੀਸ਼ਾਲੀ ਸਿਫਾਰਿਸ਼ ਨੂੰ ਦੇਖਦੇ ਹਾਂ। ਮਾਂ ਮਰੀਮ ਉਸ ਪਰਿਵਾਰ ਦੀ ਜ਼ਰੂਰਤ ਨੂੰ ਸਮਝਦੇ ਹੋਏ ਆਪਣੇ ਬੇਟੇ ਪ੍ਰਭੂ ਯਿਸੂ ਮਸੀਹ ਅੱਗੇ ਉਹਨਾਂ ਲਈ ਸਿਫਾਰਿਸ਼ ਕੀਤੀ। ਪ੍ਰਭੂ ਯਿਸੂ ਮਸੀਹ ਨੇ ਆਪਣੀ ਪਿਆਰੀ ਮਾਂ ਦੇ ਕਹੇ ਅਨੁਸਾਰ ਉਸ ਘਰ ਵਿੱਚ ਚਮਤਕਾਰ ਕੀਤਾ। ਇਸ ਤਰ੍ਹਾਂ ਮਾਂ ਮਰੀਮ ਦੀ ਸਿਫਾਰਿਸ਼ ਰਾਹੀਂ ਸਾਡੇ ਜੀਵਨ ਵਿੱਚ ਵੀ ਪ੍ਰਭੂ ਯਿਸੂ ਮਸੀਹ ਜ਼ਰੂਰ ਚਮਤਕਾਰ ਕਰਦਾ ਹੈ। ਕਈ ਵਾਰੀ ਅਸੀਂ ਇਹ ਸੋਚਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਕੋਲ ਜਾਣ ਦੇ ਰਾਹੀਂ ਸਾਡੀ ਜ਼ਿੰਦਗੀ ਦੇ ਵਿੱਚ ਸਿਰਫ ਚਮਤਕਾਰ ਹੀ ਹੋਈਏ। ਇਹ ਗਲਤ ਸੋਚ ਹੈ। ਪ੍ਰਭੂ ਯਿਸੂ ਮਸੀਹ ਸਾਨੂੰ ਆਪਣੀ ਜ਼ਰੂਰਤਾਂ ਦੇ ਮੁਤਾਬਿਕ ਸਾਡੇ ਨਾਲ ਕੰਮ ਕਰਦਾ ਹੈ ਅਤੇ ਸਾਨੂੰ ਆਸ਼ੀਸ਼ ਦਿੰਦਾ ਹੈ। ਇਹ ਸਾਡੇ ਵਿਸ਼ਵਾਸ ਦੀ ਗੱਲ ਹੈ। ਵਿਸ਼ਵਾਸ ਦੇ ਨਾਲ ਉਹਨਾਂ ਕੋਲ ਜਾਵਾਂਗੇ, ਮਾਂ ਮਰੀਮ ਦੇ ਅੱਗੇ ਬੇਨਤੀ ਕਰਾਂਗੇ, ਸੱਚਮੁੱਚ ਸਾਡੀ ਜ਼ਿੰਦਗੀ ਦੇ ਵਿੱਚ ਵੀ ਪ੍ਰਭੂ ਯਿਸੂ ਵੱਖ-ਵੱਖ ਤਰੀਕੇ ਦੇ ਨਾਲ ਕੰਮ ਕਰਦਾ ਹੈ। ਇਹ ਪਹਿਲਾ ਟੌਪਿਕ ਹੈ। ਹੁਣ ਅਸੀਂ ਵੇਖਾਂਗੇ ਦੂਸਰੇ ਟੌਪਿਕ, ਸਮੁੰਦਰੀ ਤੂਫਾਨ ਨੂੰ ਸ਼ਾਂਤ ਕਰਨਾ। ਪਵਿੱਤਰ ਅੰਜੀਲ ਦੇ ਵਿੱਚ 3 ਅੰਜੀਲਾਂ ਦੇ ਵਿੱਚ ਅਸੀਂ ਵੇਖਦੇ ਹਾਂ, ਸੰਤ ਮੱਤੀ ਦੀ ਅੰਜੀਲ, ਸੰਤ ਮਰਕੁਸ ਦੀ ਅੰਜੀਲ ਅਤੇ ਸੰਤ ਲੂਕਾ ਦੀ ਅੰਜੀਲਾਂ ਦੇ ਵਿੱਚ ਵੀ ਪ੍ਰਭੂ ਯਿਸੂ ਮਸੀਹ ਇਸ ਤੂਫਾਨ ਨੂੰ ਸ਼ਾਂਤ ਕਰਨ ਦੇ ਬਾਰੇ ਪੜ੍ਹਦੇ ਹਾਂ। ਅਸੀਂ ਵੇਖਦੇ ਹਾਂ ਸੰਤ ਮੱਤੀ ਦੀ ਅੰਜੀਲ ਉਸ ਦਾ 8 ਬਾਬ ਦੇ 23 ਆਇਤ ਤੋਂ 27 ਆਇਤ ਤੱਕ, ਜਿੱਥੇ ਪ੍ਰਭੂ ਯਿਸੂ ਮਸੀਹ ਇਸ ਤੂਫਾਨ ਨੂੰ ਸ਼ਾਂਤ ਕਰਦਾ ਹੈ। ਉਸੇ ਤਰ੍ਹਾਂ ਸੰਤ ਮਰਕੁਸ ਦੀ ਅੰਜੀਲ 4 ਬਾਬ ਦੇ 35 ਆਇਤ ਤੋਂ 41 ਆਇਤ ਤੱਕ, ਸੰਤ ਲੂਕਾ ਦੀ ਅੰਜੀਲ ਉਸ ਦਾ 8 ਬਾਬ ਦੇ 22 ਆਇਤ ਤੋਂ 25 ਆਇਤ ਤੱਕ। ਇਸ ਪਵਿੱਤਰ ਅੰਜੀਲ ਦੇ ਵਿੱਚ ਅਸੀਂ ਵੇਖਾਂਗੇ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਇਸ ਤੂਫਾਨ ਨੂੰ, ਸਮੁੰਦਰ ਦੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਕਿਸ਼ਤੀ ਦੇ ਵਿੱਚ ਬੈਠਾ ਸੀ, ਉਹ ਵੀ ਆਰਾਮ ਕਰਦਾ ਸੀ। ਆਰਾਮ ਕਰਨ ਦੇ ਵੇਲੇ ਉਸ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ, ਕਾਫੀ ਪਰੇਸ਼ਾਨੀ ਹੋ ਗਈ। ਉਸ ਸਮਾਂ ਡਰ ਦੇ ਮਾਰੇ ਹੋਏ ਉਹਨਾਂ ਦੇ ਚੇਲੇ ਪ੍ਰਭੂ ਯਿਸੂ ਮਸੀਹ ਨੂੰ ਜਗਾਉਂਦੇ ਹਨ ਅਤੇ ਉਹਨਾਂ ਨੂੰ ਜਗਾ ਕੇ ਇਹ ਗੱਲ ਕਹਿੰਦੇ ਹਨ ਕਿ ਪ੍ਰਭੂ ਅਸੀਂ ਹੁਣ ਡੁੱਬਣ ਵਾਲੇ ਹਾਂ, ਤੁਸੀਂ ਸਾਨੂੰ ਬਚਾਵੋ। ਦੇਖੋ ਇਸ ਪਰੇਸ਼ਾਨੀ ਦੇ ਵੇਲੇ ਕਿਸ ਤਰ੍ਹਾਂ ਰਸੂਲ ਆਪਣੇ ਪ੍ਰਭੂ ਯਿਸੂ ਮਸੀਹ ਜੋ ਉਹਨਾਂ ਦਾ ਪ੍ਰਭੂ ਹੈ, ਸਾਡਾ ਮੁਕਤੀਦਾਤਾ ਹੈ, ਉਹ ਪ੍ਰਭੂ ਦੇ ਅੱਗੇ ਬੇਨਤੀ ਕਰਦੇ ਹਨ ਤੇ ਪ੍ਰਭੂ ਯਿਸੂ ਮਸੀਹ ਉੱਥੇ ਖੁਦਾ ਦੀ ਮਹਿਮਾ ਪ੍ਰਗਟ ਕਰਦਾ ਹੈ। ਕਿਸ ਤਰ੍ਹਾਂ ਉਸ ਤੂਫਾਨ ਨੂੰ ਸ਼ਾਂਤ ਕਰਨ ਦੇ ਰਾਹੀਂ ਅਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆਉਣ ਦੇ ਰਾਹੀਂ ਪ੍ਰਭੂ ਯਿਸੂ ਉੱਥੇ ਖੁਦਾ ਦੀ ਮਹਿਮਾ ਵਿਖਾਉਂਦਾ ਹੈ। ਇਹ ਅਸੀਂ ਦੂਸਰੇ ਟੌਪਿਕ ਦੇ ਵਿੱਚ ਪੜ੍ਹਦੇ ਹਾਂ। ਤੇ ਪਿਆਰਿਓ, ਪ੍ਰਭੂ ਯਿਸੂ ਮਸੀਹ ਦੇ ਕੁਝ ਸ਼ਬਦਾਂ ਨੂੰ ਅਸੀਂ ਵੀ ਜਾਣਨਾ ਜ਼ਰੂਰੀ ਹੈ ਕਿ ਚੇਲਿਆਂ ਨੇ ਉਸ ਨੂੰ ਜਗਾਇਆ ਅਤੇ ਕਿਹਾ, ਗੁਰੂ ਜੀ ਤੁਹਾਨੂੰ ਕੋਈ ਫਿਕਰ ਨਹੀਂ ਜੋ ਅਸੀਂ ਗਰਕ ਹੋ ਰਹੇ ਹਾਂ।
ਅਸੀਂ ਹੁਣ ਡੁੱਬਣ ਵਾਲੇ ਹਾਂ, ਅਸੀਂ ਹੁਣ ਪਰੇਸ਼ਾਨ ਹਾਂ, ਤੁਹਾਨੂੰ ਕੋਈ ਫਿਕਰ ਨਹੀਂ ਹੈ। ਲੇਕਿਨ ਪਿਆਰੇ ਬੱਚਿਓ, ਪ੍ਰਭੂ ਯਿਸੂ ਮਸੀਹ ਹਮੇਸ਼ਾ ਸਾਡਾ ਫਿਕਰ ਕਰਦਾ ਹੈ। ਅਸੀਂ ਜਦੋਂ ਪ੍ਰਭੂ ਦੇ ਸਾਹਮਣੇ ਮਿਹਨਤ ਕਰਾਂਗੇ, ਸੱਚਮੁੱਚ ਸਾਡੇ ਪ੍ਰਭੂ ਯਿਸੂ ਸਾਡੇ ਲਈ ਸਭ ਕੁਝ ਕਰਨ ਲਈ ਤਿਆਰ ਹੈ, ਬਹੁਤ ਕੁਝ ਕਰਦਾ ਹੈ। ਸੋ ਇਸ ਸੱਚਾਈ ਨੂੰ ਅਸੀਂ ਜਾਣੀਏ ਅਤੇ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਸਮੁੰਦਰੀ ਤੂਫਾਨ ਨੂੰ ਸ਼ਾਂਤ ਕੀਤਾ, ਉਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਜੋ ਵੀ ਪਰੇਸ਼ਾਨੀ ਆ ਜਾਂਦੇ ਆ, ਉਹਨਾਂ ਸਾਰਿਆਂ ਨੂੰ ਸ਼ਾਂਤ ਕਰਦਾ ਹੈ। ਸਿਰਫ ਅਸੀਂ ਉਹਨਾਂ ਨੂੰ ਜਗਾਉਣ ਦੀ ਲੋੜ ਹੈ। ਅਗਰ ਮੇਰੇ ਗੁਨਾਹ ਦੇ ਕਰਕੇ, ਤੁਹਾਡੇ ਗੁਨਾਹ ਦੇ ਕਰਕੇ, ਕੋਈ ਕਮੀਆਂ ਕਮਜ਼ੋਰੀਆਂ ਦੇ ਕਰਕੇ, ਜਦੋਂ ਕਈ ਵਾਰੀ ਪ੍ਰਭੂ ਯਿਸੂ ਮਸੀਹ ਨੂੰ ਵੀ ਅਸੀਂ ਆਪਣੇ ਦਿਲਾਂ ਦੇ ਵਿੱਚੋਂ ਬਾਹਰ ਕੱਢ ਦਿੰਦੇ ਹਾਂ, ਲੇਕਿਨ ਉਹਨਾਂ ਨੂੰ ਹੁਣ ਜਗਾਉਣਾ ਸਾਡੇ ਦਿਲਾਂ ਨੂੰ ਸਾਫ਼ ਕਰਨ ਦੇ ਰਾਹੀਂ। ਤੇ ਪ੍ਰਭੂ ਯਿਸੂ ਦੇ ਅੱਗੇ ਇਹੀ ਬੇਨਤੀ ਕਰਨੀ ਹੈ, ਮੇਰਾ ਪ੍ਰਭੂ, ਮੇਰੀ ਜ਼ਿੰਦਗੀ ਦੇ ਵਿੱਚ ਇਹ ਪਰੇਸ਼ਾਨੀ ਹੈ, ਮੈਨੂੰ ਸ਼ਾਂਤੀ ਦੇ। ਸੋ ਇਸ ਸਮੁੰਦਰੀ ਤੂਫਾਨ ਨੂੰ ਸ਼ਾਂਤ ਕਰਨ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਸਾਨੂੰ ਇਹ ਸਿੱਖਿਆ ਦਿੰਦਾ ਹੈ। ਇਸ ਚਮਤਕਾਰ ਤੋਂ ਅਸੀਂ ਵੀ ਇਹ ਦੇਖਦੇ ਹਾਂ ਕਿ ਭਾਵੇਂ ਜ਼ਿੰਦਗੀ ਦੇ ਸਫ਼ਰ ਦੌਰਾਨ ਕਿੰਨੀ ਵੱਡੀ ਦੀ ਮੁਸ਼ਕਿਲ ਭਾਵੇਂ ਆਵੇ, ਅਸੀਂ ਹਮੇਸ਼ਾ ਹੀ ਉਸ ਸਮੇਂ ਤੱਕ ਠੀਕ ਰਹਾਂਗੇ ਜਦ ਤੱਕ ਯਿਸੂ ਸਾਡੇ ਨਾਲ ਹੈ। ਇਹ ਮੰਨਣਾ ਪ੍ਰਭੂ ਯਿਸੂ ਮਸੀਹ ਸਾਡੇ ਨਾਲ ਹੈ। ਤੀਸਰਾ ਟੌਪਿਕ ਅਸੀਂ ਦੇਖਾਂਗੇ, ਬੈਤਸੈਦਾ ਵਿਖੇ ਪ੍ਰਭੂ ਯਿਸੂ ਮਸੀਹ ਚੰਗਾ ਕਰਦਾ ਹੈ। ਸੰਤ ਯੋਹੰਨਾ ਦੀ ਅੰਜੀਲ ਉਸ ਦਾ 5 ਬਾਬ ਦੇ 1 ਆਇਤ ਤੋਂ 18 ਆਇਤ ਤੱਕ ਅਸੀਂ ਪੜ੍ਹਦੇ ਹਾਂ। ਇਹਦੇ ਵਿੱਚ ਇੱਕ ਆਦਮੀ ਜੋ 38 ਸਾਲ ਬਿਮਾਰ ਸੀ, ਬੈਤਸੈਦਾ ਵਿੱਚ ਇੱਕ ਤਲਾਅ ਹੈ ਜਿੱਥੇ ਉਹਨਾਂ ਦੇ ਵਿਸ਼ਵਾਸ ਸੀ ਕਿ ਖੁਦਾ ਦੇ ਜੋ ਫਰਿਸ਼ਤਾ ਹੈ, ਫਰਿਸ਼ਤਾ ਜਦੋਂ ਇਸ ਤਲਾਅ ਦੇ ਵਿੱਚ ਪਾਣੀ ਹਿਲਾਉਣਗੇ ਅਤੇ ਉਸ ਪਾਣੀ ਹਿਲਾਉਣ ਦੇ ਸਮਾਂ ਪਹਿਲੀ ਵਾਰੀ ਜਦੋਂ ਜੋ ਵੀ ਜਾ ਕੇ ਆਪਣੇ ਆਪ ਨੂੰ ਡੁਬਾਉਣਗੇ, ਸਾਫ਼ ਕਰਨਗੇ, ਨਹਾਉਣਗੇ, ਉਹ ਸ਼ੁੱਧ ਕੀਤਾ ਜਾਂਦਾ ਹੈ। ਉਹਨਾਂ ਦੀ ਬਿਮਾਰੀ ਤੋਂ ਉਹਨਾਂ ਨੂੰ ਸ਼ਿਫਾ ਮਿਲਦੀ ਹੈ। ਇਹ ਉਹਨਾਂ ਦਾ ਵਿਸ਼ਵਾਸ ਸੀ। ਅਤੇ ਇਹ ਆਦਮੀ 38 ਸਾਲਾਂ ਤੋਂ ਬਿਮਾਰ ਸੀ ਅਤੇ ਉਸ ਆਦਮੀ ਕਦੀ ਵੀ ਉਸ ਤਲਾਅ ਦੇ ਵਿੱਚ ਨਹੀਂ ਗਿਆ। ਇਹਦਾ ਕਾਰਨ ਕੀ ਸੀ? ਕਾਰਨ ਇਹੀ ਹੈ ਕਿ ਉਹਨਾਂ ਨੂੰ ਲੈ ਕੇ ਜਾਣ ਲਈ ਕੋਈ ਵੀ ਨਹੀਂ ਸੀ। ਅਸੀਂ ਵੇਖਦੇ ਹਾਂ ਉਸ ਸਮਾਂ ਦੇ ਵਿੱਚ ਉਹਨਾਂ ਦੇ ਰਿਵਾਜ ਇਹੀ ਸੀ। ਤੇ ਖੁਦਾ ਦਾ ਫਰਿਸ਼ਤਾ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ, ਕਿ ਉਸ ਤਲਾਅ ਦੇ ਵਿੱਚ ਉਤਰ ਕੇ ਪਾਣੀ ਨੂੰ ਹਿਲਾਉਂਦਾ ਹੁੰਦਾ ਸੀ ਅਤੇ ਜੋ ਕੋਈ ਪਾਣੀ ਹਿਲਦਿਆਂ ਹੀ ਪਾਣੀ ਵਿੱਚ ਪਹਿਲੇ ਉਤਰ ਜਾਂਦਾ, ਉਹ ਨਰੋਇਆ ਹੋਇਆ ਜਾਂਦਾ ਹੈ, ਮਤਲਬ ਉਹ ਠੀਕ ਹੋ ਜਾਂਦਾ ਸੀ। ਹੁਣ ਇਸ ਆਦਮੀ 38 ਸਾਲਾਂ ਦੇ ਵਿੱਚ ਬਿਮਾਰ ਸੀ, ਇਹ ਖੁਦ ਨਹੀਂ ਜਾ ਸਕਦਾ ਸੀ, ਮਤਲਬ ਸ਼ਾਇਦ ਉਹ ਲੰਗੜਾ ਸੀ, ਸ਼ਾਇਦ ਉਹਨਾਂ ਨੂੰ ਹੋਰ ਕੋਈ ਸਰੀਰਕ ਤੌਰ ਤੇ ਉਹ ਤੁਰ ਨਹੀਂ ਸਕਦਾ ਸੀ ਜਾਂ ਕੋਈ ਕੰਮ ਨਹੀਂ ਕਰ ਸਕਦਾ ਸੀ, ਉਹ ਲੰਮੇ ਪਿਆ ਸੀ। ਅਤੇ ਪਿਆਰਿਓ, ਇਹ ਜੋ ਆਦਮੀ ਨੂੰ ਪ੍ਰਭੂ ਯਿਸੂ ਮਸੀਹ ਨੇ ਵੇਖਿਆ, ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਕੁਝ ਸਵਾਲ ਪੁੱਛਦਾ ਹੈ। ਪ੍ਰਭੂ ਯਿਸੂ ਮਸੀਹ ਉਹਨਾਂ ਨੇ ਇਹ ਪੁੱਛਿਆ ਕਿ ਜਦੋਂ ਯਿਸੂ ਨੇ ਉਸ ਨੂੰ ਵੇਖਿਆ ਅਤੇ ਇਹ ਜਾਣਿਆ ਕਿ ਉਹ ਕਾਫੀ ਸਮੇਂ ਤੋਂ ਉੱਥੇ ਪਿਆ ਹੋਇਆ ਹੈ, ਉਹ ਉਹਨਾਂ ਨੂੰ ਕਿਹਾ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ। ਮਤਲਬ ਉਸ ਆਦਮੀ ਨੂੰ ਅਗਰ ਚੰਗਾ ਹੋਣਾ ਚਾਹੁੰਦਾ ਸੀ, ਜ਼ਰੂਰ ਉਹ ਖੁਦ ਜਾ ਵੀ ਸਕਦਾ ਸੀ, ਲੇਕਿਨ ਉਹਨਾਂ ਦੇ ਪਰੇਸ਼ਾਨੀ, ਉਹਨਾਂ ਦੇ ਪ੍ਰੋਬਲਮ, ਉਹਨਾਂ ਦੀ ਕਮੀ ਇਹ ਸੀ ਕਿ ਕੋਈ ਵੀ ਉਹਨਾਂ ਨੂੰ ਲੈ ਕੇ ਨਹੀਂ ਗਏ, ਉਹ ਖੁਦ ਨਹੀਂ ਜਾ ਸਕਦਾ ਸੀ। ਉਹਨਾਂ ਦੀ ਕਮਜ਼ੋਰੀ ਨੂੰ ਜਾਣਦੇ ਹੋਏ ਪ੍ਰਭੂ ਯਿਸੂ ਉਹਨਾਂ ਨੂੰ ਚੰਗਾ ਕਰਦਾ ਹੈ। ਪ੍ਰਭੂ ਯਿਸੂ ਮਸੀਹ ਦਾ ਜਵਾਬ ਇਹ ਸੀ ਕਿ ਆਪਣਾ ਵਿਛਾਉਣਾ ਚੁੱਕ ਅਤੇ ਚੱਲ ਫਿਰ। ਪ੍ਰਭੂ ਯਿਸੂ ਮਸੀਹ ਸਿਰਫ ਇਹ ਗੱਲ ਕਹੀ, ਉਹ ਵੀ ਇੱਕ ਸਬਤ ਦਾ ਦਿਨ ਸੀ। ਤੇ ਪਿਆਰੇ ਬੱਚਿਓ, ਪ੍ਰਭੂ ਯਿਸੂ ਮਸੀਹ ਸਬਤ ਦਾ ਦਿਨ, ਉਹ ਉਸ ਦੀ ਮਹੱਤਤਾ ਨੂੰ ਜਾਣਦੇ ਹੋਏ ਵੀ ਲੋਕਾਂ ਦੀ ਦੇਖਭਾਲ ਕਰਦਾ ਹੈ, ਉਹਨਾਂ ਦੀ ਜ਼ਿੰਦਗੀ ਨੂੰ ਜ਼ਿਆਦਾ ਮੁੱਲ ਦਿੰਦਾ ਹੈ, ਮਹੱਤਤਾ ਦਿੰਦਾ ਹੈ। ਇਨਸਾਨ ਦੀ ਜ਼ਿੰਦਗੀ ਬਾਕੀ ਸਾਰੇ ਚੀਜ਼ਾਂ ਨਾਲੋਂ ਵੱਧ ਹੈ ਅਤੇ ਉਹ ਉਹਨਾਂ ਦੇ ਮਹੱਤਤਾ ਨੂੰ ਜਾਣਦੇ ਹੋਏ ਲੋਕਾਂ ਦੇ ਲਈ ਕੰਮ ਕਰਦਾ ਹੈ। ਅਤੇ ਇਸ 38 ਸਾਲਾਂ ਤੋਂ ਜੋ ਬਿਮਾਰ ਜੋ ਆਦਮੀ ਸੀ, ਉਸ ਆਦਮੀ ਨੂੰ ਵੀ ਪ੍ਰਭੂ ਯਿਸੂ ਚੰਗਾ ਕੀਤਾ। ਇਹਦੇ ਵਿੱਚੋਂ ਵੀ ਸਾਨੂੰ ਵੀ ਪਤਾ ਲੱਗਦਾ ਹੈ ਕਿ ਪ੍ਰਭੂ ਯਿਸੂ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਹਰ ਤਰ੍ਹਾਂ ਦੀ ਬਿਮਾਰੀਆਂ ਤੋਂ ਸ਼ਿਫਾ ਦਿੰਦਾ ਹੈ, ਸਾਨੂੰ ਚੰਗਾ ਜ਼ਰੂਰ ਕਰੇਗਾ। ਇਹ ਸਾਡੀ ਵਿਸ਼ਵਾਸ ਹੈ। ਹੁਣ ਲਾਸਟ ਟੌਪਿਕ ਅਸੀਂ ਦੇਖਾਂਗੇ, ਲਾਜ਼ਰ ਨੂੰ ਜਿਉਂਦਾ ਕਰਨਾ। ਸੰਤ ਯੋਹੰਨਾ ਦੀ ਅੰਜੀਲ ਉਸ ਦਾ 11 ਬਾਬ ਦੇ 1 ਆਇਤ ਤੋਂ 44 ਆਇਤ ਤੱਕ ਅਸੀਂ ਵੇਖਦੇ ਹਾਂ, ਪੜ੍ਹਦੇ ਹਾਂ, ਜਿੱਥੇ ਲਾਜ਼ਰ ਬਿਮਾਰ ਹੋ ਜਾਂਦਾ ਹੈ
ਅਤੇ ਲਾਜ਼ਰ ਦੇ ਘਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਮੌਤ ਤੋਂ ਬਾਅਦ ਪਹੁੰਚਦਾ ਹੈ ਅਤੇ ਪ੍ਰਭੂ ਯਿਸੂ ਉਸ ਘਰ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਰੋ ਪੈਂਦਾ ਹੈ ਤੇ ਸਾਰੀ ਗੱਲਾਂ ਦੇ ਬਾਰੇ ਅਸੀਂ ਪੜ੍ਹਦੇ ਹਾਂ ਤੇ ਆਖਿਰ ਵਿੱਚ ਲਾਜ਼ਰ ਨੂੰ ਫਿਰ ਜਿਉਂਦਾ ਕਰ ਦਿੰਦਾ ਹੈ। ਇਸ ਦੇ ਵਿੱਚ ਅਸੀਂ ਵੇਖਾਂਗੇ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਖੁਦਾ ਦੀ ਮਹਿਮਾ ਵਿਖਾਈ। ਅਸੀਂ ਵੇਖਦੇ ਹਾਂ ਸੰਤ ਯੋਹਨਾ ਦੀ ਅੰਜੀਲ ਦੇ 11 ਬਾਬ ਦੇ ਸ਼ੁਰੂਆਤ ਦੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਇਹ ਪਤਾ ਲੱਗਾ ਕਿ ਲਾਜ਼ਰ ਬਿਮਾਰ ਹੈ, ਪ੍ਰਭੂ ਯਿਸੂ ਮਸੀਹ ਉਹਨਾਂ ਦੇ ਘਰ ਨਹੀਂ ਪਹੁੰਚਿਆ। ਲੇਕਿਨ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਇਹ ਪਤਾ ਲੱਗਾ ਕਿ ਲਾਜ਼ਰ ਦਾ ਮੌਤ ਹੋ ਗਿਆ ਹੈ, ਉਸ ਸਮਾਂ ਪ੍ਰਭੂ ਯਿਸੂ ਮਸੀਹ ਉਸ ਘਰ ਦੇ ਵਿੱਚ ਪਹੁੰਚ ਜਾਂਦਾ ਹੈ। ਇਹਦਾ ਮਤਲਬ ਕੀ ਹੈ? ਪ੍ਰਭੂ ਯਿਸੂ ਮਸੀਹ ਖੁਦ ਉਸ ਦਾ ਜਵਾਬ ਦਿੰਦਾ ਹੈ। ਪਰ ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸ ਨੇ ਕਿਹਾ, ਇਹ ਬਿਮਾਰੀ ਮੌਤ ਦੇ ਲਈ ਨਹੀਂ ਹੈ, ਇਹ ਖੁਦਾ ਦੀ ਮਹਿਮਾ ਦੇ ਲਈ ਹੈ, ਤਾਂ ਜੋ ਇਸ ਦੇ ਰਾਹੀਂ ਖੁਦਾ ਦੇ ਪੁੱਤਰ ਦੀ ਮਹਿਮਾ ਪ੍ਰਗਟ ਕੀਤੀ ਜਾਵੇ। ਯਿਸੂ ਮਾਰਥਾ ਉਸ ਦੀ ਭੈਣ ਅਤੇ ਲਾਜ਼ਰ ਨੂੰ ਪਿਆਰ ਕਰਦਾ ਸੀ। ਫਿਰ ਵੀ ਜਦੋਂ ਉਸ ਨੇ ਸੁਣਿਆ ਕਿ ਲਾਜ਼ਰ ਬਿਮਾਰ ਹੈ, ਯਿਸੂ ਉੱਥੇ ਉਸੇ ਥਾਂ ਹੋਰ 2 ਦਿਨ ਠਹਿਰਿਆ ਅਤੇ ਜਿੱਥੇ ਉਹ ਲਾਜ਼ਰ ਦਾ ਮੌਤ ਹੋ ਗਿਆ, ਉਸ ਪਰਿਵਾਰ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਫਿਰ ਜੀ ਉਠਾਇਆ ਹੈ। ਸੋ ਪਿਆਰੇ ਬੱਚਿਓ, ਪ੍ਰਭੂ ਯਿਸੂ ਮਸੀਹ ਖੁਦਾ ਦੀ ਮਹਿਮਾ ਵਿਖਾਉਣ ਲਈ ਲਾਜ਼ਰ ਦੇ ਪਰਿਵਾਰ ਦੇ ਵਿੱਚ ਪਹੁੰਚ ਕੇ ਇਹ ਇੱਕ ਚਮਤਕਾਰ ਵਿਖਾਇਆ ਹੈ। ਫਿਰ ਜੀ ਉਠਾਉਣ ਦੇ ਰਾਹੀਂ ਅਸੀਂ ਵੇਖਦੇ ਹਾਂ ਹੋਰ ਵੀ ਪਵਿੱਤਰ ਅੰਜੀਲ ਦੇ ਵਿੱਚ ਜਿਸ ਤਰ੍ਹਾਂ ਜਾਇਰੂਸ ਦੇ ਧੀ ਨੂੰ ਪ੍ਰਭੂ ਯਿਸੂ ਮਸੀਹ ਫਿਰ ਜੀ ਉਠਾਉਂਦਾ ਹੈ। ਨਾਇਨ ਦੇ ਵਿਧਵਾ ਦੇ ਪੁੱਤਰ ਨੂੰ ਪ੍ਰਭੂ ਯਿਸੂ ਮਸੀਹ ਫਿਰ ਜੀਵਨ ਦਿੰਦਾ ਹੈ। ਸੋ ਇਹਨਾਂ ਸਾਰੀ ਸੱਚਾਈ ਨੂੰ ਅਸੀਂ ਵੇਖਦੇ ਹਾਂ ਤੇ ਇਹਦੇ ਵਿੱਚੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਪ੍ਰਭੂ ਯਿਸੂ ਮਸੀਹ ਜਿਸ ਤਰ੍ਹਾਂ ਮਾਰਥਾ ਨੂੰ ਕਿਹਾ ਕਿ ਮੈਂ ਪੁਨਰੁੱਥਾਨ ਅਤੇ ਜੀਵਨ ਹਾਂ, ਇਸ ਸੱਚਾਈ ਨੂੰ ਅਸੀਂ ਸਾਰਿਆਂ ਨੂੰ ਸਮਝਾਉਣ ਲਈ ਤੇ ਖਾਸ ਕਰਕੇ ਮਾਰਥਾ ਨੂੰ ਵੀ ਸਮਝਾਉਣ ਲਈ ਅਤੇ ਖੁਦਾ ਦੀ ਮਹਿਮਾ ਵਿਖਾਉਣ ਲਈ ਇਸ ਚਮਤਕਾਰ ਉਸ ਪਰਿਵਾਰ ਦੇ ਵਿੱਚ ਹੋਇਆ। ਸੋ ਇਹਨਾਂ 4 ਟੌਪਿਕਾਂ ਦੇ ਬਾਰੇ ਅਸੀਂ ਹੁਣ ਸੁਣਿਆ, ਪੜ੍ਹਿਆ ਤੇ ਖੁਦਾ ਦੀ ਮਹਿਮਾ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਲੋਕਾਂ ਦੇ ਸਾਹਮਣੇ ਵਿਖਾਈ, ਇਹਦੇ ਬਾਰੇ ਅਸੀਂ ਵੇਖਿਆ ਹੈ। ਹੁਣ ਪਿਆਰੇ ਬੱਚਿਓ, ਅਸੀਂ ਵੇਖਦੇ ਹਾਂ 5 ਸਵਾਲ ਜਿੱਥੇ ਪ੍ਰਭੂ ਯਿਸੂ ਮਸੀਹ ਦੇ ਇਹਨਾਂ ਸਾਰੇ ਮਹਿਮਾ ਦੇ ਬਾਰੇ ਲਿਖਿਆ ਹੋਇਆ ਹੈ। ਪਹਿਲਾ ਸਵਾਲ ਇਹੀ ਹੈ, ਕਾਨਾ ਵਿੱਚ ਵਿਆਹ ਦੇ ਵੇਲੇ ਯਿਸੂ ਨੇ ਕਿਹੜਾ ਚਮਤਕਾਰ ਵਿਖਾਇਆ? ਪ੍ਰਭੂ ਯਿਸੂ ਮਸੀਹ ਦਾ ਪਹਿਲਾ ਚਮਤਕਾਰ ਇਹੀ ਹੈ ਅਤੇ ਪਹਿਲੇ ਚਮਤਕਾਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਪਾਣੀ ਨੂੰ ਅੰਗੂਰ ਦੇ ਮੈਦ ਵਿੱਚ ਬਦਲ ਦਿੱਤਾ, ਪਾਣੀ ਨੂੰ ਦਾਖਰਸ ਬਣਾਇਆ। ਇਹੀ ਹੈ ਪਹਿਲਾ ਚਮਤਕਾਰ। ਉਸ ਕਾਨਾ ਦੇ ਵਿਆਹ ਦੇ ਵੇਲੇ ਪ੍ਰਭੂ ਯਿਸੂ ਮਸੀਹ ਨੇ ਇਹੀ ਚਮਤਕਾਰ ਵਿਖਾਇਆ। ਦੂਸਰਾ ਸਵਾਲ ਇਹੀ ਹੈ, ਯਿਸੂ ਨੇ ਜਦੋਂ ਸਮੁੰਦਰ ਨੂੰ ਸ਼ਾਂਤ ਕੀਤਾ ਅਤੇ ਉਸ ਦੇ ਚੇਲਿਆਂ ਨੇ ਕਿਸ ਤਰ੍ਹਾਂ ਅਨੁਭਵ ਕੀਤਾ? ਇਹਦੇ ਵਿੱਚ ਅਸੀਂ ਵੇਖਦੇ ਹਾਂ ਚੇਲਿਆਂ ਨੇ ਉਸ ਨੂੰ ਜਗਾਇਆ ਅਤੇ ਕਿਹਾ, ਗੁਰੂ ਜੀ ਤੁਹਾਨੂੰ ਕੋਈ ਫਿਕਰ ਨਹੀਂ ਜੋ ਅਸੀਂ ਗਰਕ ਹੋ ਰਹੇ ਹਾਂ। ਉਹ ਜਾਗਿਆ ਅਤੇ ਉਸਨੇ ਹਵਾ ਨੂੰ ਡਾਂਟਿਆ ਅਤੇ ਸਮੁੰਦਰ ਨੂੰ ਕਿਹਾ, ਸ਼ਾਂਤ ਹੋ, ਥੰਮ ਜਾ। ਹਵਾ ਬੰਦ ਹੋ ਗਈ ਅਤੇ ਸਭ ਸ਼ਾਂਤ ਹੋ ਗਿਆ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਸੋ? ਕੀ ਤੁਹਾਡੇ ਵਿੱਚ ਅਜੇ ਵੀ ਈਮਾਨ ਨਹੀਂ ਹੈ? ਉਹ ਖੌਫ ਨਾਲ ਭਰ ਗਏ ਅਤੇ ਆਪਸ ਵਿੱਚ ਕਹਿਣ ਲੱਗੇ, ਆਖਰ ਇਹ ਕੌਣ ਹੈ ਕਿ ਹਵਾ ਅਤੇ ਸਮੁੰਦਰ ਵੀ ਇਸ ਦਾ ਹੁਕਮ ਮੰਨਦੇ ਹਨ? ਸੋ ਉਹਨਾਂ ਦੇ ਅਨੁਭਵ ਇਹੀ ਸੀ ਕਿ ਉਹ ਸਮੁੰਦਰ ਨੂੰ ਸ਼ਾਂਤ ਹੁੰਦੇ ਵੇਖਿਆ। ਪ੍ਰਭੂ ਯਿਸੂ ਮਸੀਹ ਜਿਸ ਤਰ੍ਹਾਂ ਇਸ ਕੁਦਰਤ ਨੂੰ ਵੀ ਡਾਂਟਿਆ ਹੈ, ਉਹ ਪ੍ਰਭੂ ਯਿਸੂ ਮਸੀਹ ਨੂੰ ਮੰਨਦਾ ਹੈ, ਪ੍ਰਭੂ ਯਿਸੂ ਮਸੀਹ ਦੇ ਗੱਲਾਂ ਨੂੰ ਮੰਨਦੇ। ਇਹਨਾਂ ਸਾਰੇ ਸੱਚਾਈ ਨੂੰ ਉਹਨਾਂ ਨੇ ਉਸ ਸਮਾਂ ਅਨੁਭਵ ਕੀਤਾ। ਅਗਲਾ ਸਵਾਲ ਇਹੀ ਹੈ, ਬੇਤਸਦਾ ਵਿਖੇ ਇੱਕ ਅਧਰੰਗ ਹੋਏ ਵਿਅਕਤੀ ਦਾ ਇਲਾਜ ਕਰਦੇ ਹੋਏ ਯਿਸੂ ਨੇ ਕਿਹੜੇ ਸ਼ਬਦ ਵਰਤੇ? ਸ਼ਬਦ ਇਹੀ ਸੀ, ਆਪਣਾ ਵਿਛਾਉਣਾ ਚੁੱਕ ਅਤੇ ਚੱਲ ਫਿਰ। ਸਿਰਫ ਇਹ ਸ਼ਬਦ ਆਖਣ ਦੇ ਰਾਹੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਖੁਦਾ ਦੀ ਮਹਿਮਾ ਵਿਖਾਈ। ਅਗਲਾ ਸਵਾਲ ਇਹੀ ਹੈ, ਯਿਸੂ ਬੇਤਨੀਆ ਜਾਣ ਵਿੱਚ ਕਿਉਂ ਦੇਰ ਕਰ ਰਹੇ ਸਨ, ਇਹ ਜਾਣਦੇ ਹੋਏ ਵੀ ਕਿ ਲਾਜ਼ਰ ਬੁਰੀ ਤਰ੍ਹਾਂ ਬਿਮਾਰ ਹੈ? ਇਹਦਾ ਜਵਾਬ ਇਹੀ ਹੈ ਕਿ ਉਹ ਖੁਦਾ ਦੀ ਮਹਿਮਾ ਵਿਖਾਉਣਾ ਚਾਹੁੰਦਾ ਸੀ ਅਤੇ ਖੁਦਾ ਦੀ ਮਹਿਮਾ ਦੇ ਲਈ, ਖੁਦਾ ਦੀ ਮਹਿਮਾ ਪ੍ਰਗਟ ਹੋਣ ਲਈ
ਇਹ ਪ੍ਰਭੂ ਯਿਸੂ ਮਸੀਹ ਦੇਰ ਕੀਤਾ। ਲਾਜ਼ਰ ਦੇ ਮੌਤ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਘਰ ਪਹੁੰਚਦਾ ਹੈ। ਆਖਰੀ ਸਵਾਲ ਇਹੀ ਹੈ, ਪ੍ਰਭੂ ਯਿਸੂ ਮਸੀਹ ਨੇ ਪੁਨਰੁੱਥਾਨ ਬਾਰੇ ਮਾਰਥਾ ਨੂੰ ਕੀ ਸਿੱਖਿਆ ਦਿੱਤੀ? ਇਹ ਸਪਸ਼ਟ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਮਾਰਥਾ ਨੂੰ ਕਿਹਾ, ਮੈਂ ਪੁਨਰੁੱਥਾਨ ਅਤੇ ਜੀਵਨ ਹਾਂ। ਅਤੇ ਪ੍ਰਭੂ ਯਿਸੂ ਮਸੀਹ ਅੱਗੇ ਬੋਲਦਾ ਹੈ, ਅਤੇ ਜੋ ਕੋਈ ਜਿਉਂਦਾ ਹੈ ਅਤੇ ਮੇਰੇ ਉੱਤੇ ਈਮਾਨ ਰੱਖਦਾ ਹੈ ਉਹ ਕਦੇ ਨਹੀਂ ਮਰੇਗਾ। ਕੀ ਤੂੰ ਇਸ ਗੱਲ ਨੂੰ ਮੰਨਦੀ ਹੈ? ਮਾਰਥਾ ਨੇ ਉਸ ਨੂੰ ਕਿਹਾ, ਹਾਂ ਪ੍ਰਭੂ, ਮੈਂ ਮੰਨਦੀ ਹਾਂ ਕਿ ਤੁਸੀਂ ਮਸੀਹ ਹੋ, ਖੁਦਾ ਦਾ ਬੇਟਾ ਜੋ ਸੰਸਾਰ ਵਿੱਚ ਆਉਣ ਵਾਲਾ ਸੀ। ਸੋ ਪਿਆਰੇ ਬੱਚਿਓ, ਹੁਣ ਤੁਸੀਂ ਸਵਾਲ ਜਵਾਬ ਵੀ ਸੁਣਿਆ, ਪੜ੍ਹਿਆ। ਹੁਣ ਇਸ ਆਉਣ ਵਾਲੇ ਹਫਤੇ ਦੇ ਲਈ ਇਹਨਾਂ ਸਾਰੇ ਸਵਾਲ ਜਵਾਬ ਦੇ ਬਾਰੇ ਹੋਰ ਵੀ ਮਨੋਚਿੰਤਨ ਕਰੋ ਅਤੇ ਇਸ ਅਧਿਆਇ ਹੋਰ ਵੀ ਵਧੀਆ ਢੰਗ ਦੇ ਨਾਲ ਪੜ੍ਹੋ, ਤਾਂ ਕਿ ਖੁਦਾ ਦੀ ਮਹਿਮਾ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਵਿਖਾਏ ਉਸ ਦੇ ਬਾਰੇ ਸਾਨੂੰ ਹੋਰ ਵੀ ਜਾਣਕਾਰੀ ਮਿਲੇਗੀ। ਤੇ ਪਵਿੱਤਰ ਬਾਈਬਲ ਦੇ ਵਿੱਚੋਂ ਵੀ ਮੈਂ ਵੱਖ-ਵੱਖ ਆਇਤਾਂ ਤੁਹਾਨੂੰ ਸੁਣਾਇਆ, ਪੜ੍ਹਾਇਆ, ਤੇ ਤੁਸੀਂ ਵੀ ਪਵਿੱਤਰ ਬਾਈਬਲ ਖੋਲ੍ਹ ਕੇ ਇਸ ਦੇ ਬਾਰੇ ਹੋਰ ਵੀ ਧਿਆਨ ਦੇ ਨਾਲ ਪੜ੍ਹੋ, ਤਾਂ ਕਿ ਪ੍ਰਭੂ ਦੀ ਮਹਿਮਾ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਵੇਖ ਸਕੇ ਅਤੇ ਖੁਦਾ ਦੀ ਮਹਿਮਾ ਦੇ ਲਈ ਅਸੀਂ ਵੀ ਖੁਦਾ ਦਾ ਧੰਨਵਾਦ ਕਰ ਸਕੀਏ। ਖੁਦਾ ਤੁਹਾਨੂੰ ਸਾਰਿਆਂ ਨੂੰ ਅਣਗਿਣਤ ਆਸ਼ੀਸ਼ਾਂ ਤੇ ਬਰਕਤਾਂ ਪ੍ਰਦਾਨ ਕਰੇ। ਆਮੀਨ।